देखो बेटा बीए 4th ਸਮੈਸਟਰ ਵਾਲੇ ਪੰਜਾਬੀ ਓਨਰਸ ਦੇ ਬੱਚੇ ਗ੍ਰਾਮਰ ਵਾਲਾ ਟੌਪਿਕ ਹੈਗਾ। ਇਹ ਵੀ ਤੁਹਾਨੂੰ ਜੋ ਹੈ ਪੇਪਰ ਵਿੱਚ ਪ੍ਰੈਸੀ ਆਏਗੀ, ਜਿਹਨੂੰ ਸੰਖੇਪ ਰਚਨਾ ਕਿਹਾ ਜਾਂਦਾ ਹੈ। ਪ੍ਰੈਸੀ ਰਾਈਟਿੰਗ ਉਹਨੂੰ ਇੰਗਲਿਸ਼ ਵਿੱਚ ਬੋਲਿਆ ਜਾਂਦਾ ਤੇ 10 ਨੰਬਰ ਦੀ ਆਏਗੀ ਬੇਟਾ ਤੁਹਾਨੂੰ। ਤੇ ਪ੍ਰੈਸੀ ਹੁੰਦੀ ਕੀ ਹੈ? ਇੱਕ ਤੇ ਦੇਖੋ ਤੁਹਾਡੀ ਕਲਾਸ ਨੂੰ ਆਏਗੀ, ਇੱਕ ਇਹ ਜੋ बीए 6th ਸਮੈਸਟਰ ਪੰਜਾਬੀ ਕੰਪਲਸਰੀ ਵਾਲੇ ਬੱਚੇ ਨੇ ਨਾ, ਉਹਨਾਂ ਨੂੰ ਆਉਂਦੀ ਹੈਗੀ ਹੈ ਪ੍ਰੈਸੀ। ਇੱਕ ਵੱਡਾ ਪੈਰਾਗ੍ਰਾਫ ਤੁਹਾਨੂੰ ਦਿੱਤਾ ਜਾਏਗਾ ਤੇ ਉਹਨੂੰ ਜੋ ਹੈ ਤੁਸੀਂ ਸ਼ੋਰਟ ਕਰਕੇ ਲਿਖਣਾ ਹੁੰਦਾ। ਉਹਦੇ ਕੁਝ ਰੂਲ ਹੁੰਦੇ ਨੇ, ਉਹਨਾਂ ਰੂਲਸ ਬਾਰੇ ਤੁਹਾਨੂੰ ਦੱਸੂਗੀ ਤੇ ਇੱਕ ਪੈਰਾਗ੍ਰਾਫ ਤੁਹਾਨੂੰ ਕਰਾਉਂਗੀ ਕਿ ਕਿਵੇਂ ਕਰਨਾ ਹੈ ਤੁਸੀਂ। ਦੇਖੋ ਪ੍ਰੈਸੀ ਹੁੰਦੀ ਕੀ ਹੈ, ਇਹਦੀ ਪਰਿਭਾਸ਼ਾ ਵੇਖੋ। ਕਿਸੇ ਲੰਮੇਰੀ ਵਾਰਤਕ ਰਚਨਾ ਦੇ ਸਮੁੱਚੇ ਭਾਵ ਨੂੰ ਘੱਟ ਤੋਂ ਘੱਟ ਸ਼ਬਦਾਂ ਵਿੱਚ ਲਿਖਣਾ ਹੀ ਸੰਖੇਪ ਰਚਨਾ ਹੁੰਦੀ ਹੈ। ਵਾਰਤਕ ਕਿਉਂ ਕਿਹਾ ਗਿਆ ਇਹਨੂੰ? ਕਿਉਂਕਿ ਇਹ ਕੋਈ ਪੋਇਟਰੀ ਵਾਲਾ ਪੈਰਾਗ੍ਰਾਫ ਨਹੀਂ ਹੋਏਗਾ ਤੁਹਾਡੇ ਕੋਲ। ਇਹ ਜੋ ਹੈ ਕੋਈ ਨਾਵਲ ਵਿੱਚੋਂ, ਕਿਸੇ ਨਾਟਕ ਵਿੱਚੋਂ, ਕਿਸੇ ਨਿਬੰਧ ਵਿੱਚੋਂ ਕੋਈ ਪੈਰਾਗ੍ਰਾਫ ਹੁੰਦਾ ਹੈ ਵਾਰਤਕ ਦੇ ਰੂਪ ਵਿੱਚ। ਸੰਖੇਪ ਰਚਨਾ ਫਰਾਂਸੀਸੀ ਬੋਲੀ ਦੇ ਸ਼ਬਦ ਪ੍ਰੈਸੀ ਦਾ ਪੰਜਾਬੀ ਅਨੁਵਾਦ ਹੈ, ਜਿਸ ਦਾ ਅਰਥ ਹੈ ਸਾਰੰਸ਼। ਸਾਰੰਸ਼ ਇਹਨੂੰ ਹਿੰਦੀ 'ਚ ਵੀ ਬੋਲਿਆ ਜਾਂਦਾ ਹੈ। ਭਾਵ ਇਹ ਕਿ ਸੰਖੇਪ ਰਚਨਾ ਵਿੱਚ ਲੰਮੇਰੀ ਵਾਰਤਕ ਰਚਨਾ ਦਾ ਸਮੁੱਚਾ ਭਾਵ ਜਾਂ ਸਾਰਾਂਸ਼ ਪ੍ਰਗਟਾਇਆ ਜਾਂਦਾ ਹੈ। ਤੇ ਸੰਖੇਪ ਰਚਨਾ ਇੱਕ ਕਲਾ ਹੈ ਜਿਸ ਨੂੰ ਸਿੱਖਣ ਲਈ ਅਭਿਆਸ ਦੀ ਜ਼ਰੂਰਤ ਹੁੰਦੀ ਹੈ। ਤੇ ਇਹਨੂੰ ਤੁਸੀਂ ਕਿਵੇਂ ਜੋ ਹੈ ਸ਼ੋਰਟ ਕਰਕੇ ਲਿਖਣਾ ਹੈ ਪ੍ਰੈਸੀ ਨੂੰ, ਉਹਦੀ ਗੱਲ ਜੋ ਹੈ ਤੁਹਾਨੂੰ ਮੈਂ ਕੁਛ ਕੁ ਜਿਹੜੇ ਇਹਦੇ ਰੂਲਸ ਨੇ ਉਹ ਵੀ ਤੁਹਾਨੂੰ ਪੜ੍ਹਾ ਦਿਆਂਗੀ, ਦੱਸ ਦਿਆਂਗੀ। ਤੇ ਇਹਨੂੰ ਤੁਸੀਂ ਕਰਨਾ ਹੈ ਪੇਪਰ, ਕਿਉਂਕਿ 10 ਨੰਬਰ ਹੀ ਆਉਣਾ ਹੈ ਤੁਹਾਡੇ ਕੋਲ। ਹੁਣ ਦੇਖੋ ਬੇਟਾ ਜਿੱਥੇ ਲਿਖਿਆ ਹੈ ਢੰਗ, ਇੱਥੇ ਦੇਖੋ ਢੰਗ। ਸੰਖੇਪ ਰਚਨਾ ਜਾਂ ਪ੍ਰੈਸੀ ਕਿਵੇਂ ਲਿਖੀ ਜਾਏ, ਇਸ ਪ੍ਰਸ਼ਨ ਦਾ ਉੱਤਰ ਦੇਖ ਲਓ। ਕਿਸੇ ਮੂਲ ਰਚਨਾ ਨੂੰ ਇੱਕ ਤੋਂ ਵੱਧ ਵਾਰ ਪੜ੍ਹਨ ਦੀ ਲੋੜ ਹੁੰਦੀ ਹੈ। ਹੁਣ ਜੋ ਵੀ ਪੈਰਾਗ੍ਰਾਫ ਤੁਹਾਡੇ ਅੱਗੇ ਆਏਗਾ ਉਹਨੂੰ ਤੁਸੀਂ ਇੱਕ ਤੋਂ ਜ਼ਿਆਦਾ ਵਾਰ ਪੜ੍ਹਨਾ ਹੈਗਾ। ਇਹ ਨਹੀਂ ਕਿ ਬਸ ਇੱਕ ਵਾਰੀ ਪੜ੍ਹ ਲਿਆ ਤੇ ਗੱਲ ਖਤਮ। ਰਚਨਾ ਦੇ ਪਹਿਲੇ ਪਾਠ ਵਿੱਚ ਤਾਂ ਕੇਵਲ ਇਹੀ ਵੇਖਣਾ ਹੁੰਦਾ ਹੈ ਕਿ ਇਸ ਵਿੱਚ ਕਿਹੜੇ ਵਿਸ਼ੇ ਬਾਰੇ ਕੁਝ ਕਿਹਾ ਗਿਆ ਹੈ। ਸਭ ਤੋਂ ਪਹਿਲੀ ਵਾਰ ਤੁਸੀਂ ਜਦੋਂ ਉਹਨੂੰ ਪੜ੍ਹੋਗੇ ਉਸ ਪੈਰਾਗ੍ਰਾਫ ਨੂੰ, ਤੁਸੀਂ ਇਹ ਦੇਖਣਾ ਹੈ ਕਿ ਕਿਸ ਵਿਸ਼ੇ ਬਾਰੇ ਗੱਲ ਹੋ ਰਹੀ ਹੈ। ਠੀਕ ਹੈ ਨਾ, ਵਿਸ਼ਾ ਮਤਲਬ ਕਿ ਕਿਸ ਥੀਮ ਬਾਰੇ ਗੱਲ ਹੋ ਰਹੀ ਹੈ ਇਹ। ਉਹਦੇ ਤੋਂ ਬਾਅਦ ਦੂਜੀ ਵਾਰ ਪੜ੍ਹਨ ਲੱਗਿਆਂ ਵਿਸ਼ੇ ਨੂੰ ਧਿਆਨ ਵਿੱਚ ਰੱਖ ਕੇ ਇਹ ਵੇਖਣਾ ਚਾਹੀਦਾ ਹੈ ਕਿ ਇਸ ਵਿਸ਼ੇ ਬਾਰੇ ਕੀ ਕਿਹਾ ਗਿਆ ਹੈ। ਦੂਜੀ ਵਾਰੀ ਤੁਸੀਂ ਇਹ ਦੇਖਣਾ ਹੈ, ਪਹਿਲਾਂ ਤਾਂ ਤੁਸੀਂ ਇਹ ਦੇਖਿਆ ਕਿ ਕਿਹੜਾ ਵਿਸ਼ਾ ਹੈ, ਫਿਰ ਤੁਸੀਂ ਇਹ ਦੇਖਿਆ ਕਿ ਉਸ ਵਿਸ਼ੇ ਬਾਰੇ ਕੀ ਕਿਹਾ ਗਿਆ ਹੈ। ਕਿ ਉਹ ਉਸ ਵਿਸ਼ੇ ਬਾਰੇ ਕੁਝ ਪੋਜ਼ੀਟਿਵ ਗੱਲਾਂ ਨੇ, ਕੀ ਉਹਦੇ ਬਾਰੇ ਨੈਗੇਟਿਵ ਗੱਲਾਂ ਨੇ, ਕੀ ਉਸ ਵਿਸ਼ੇ ਬਾਰੇ ਕੋਈ ਸਲਾਹ ਦਿੱਤੀ ਗਈ ਹੈ, ਕੀ ਕਿਹਾ ਗਿਆ ਹੈ। ਉਸ ਤੋਂ ਬਾਅਦ ਹੈ ਜਦੋਂ ਤੁਸੀਂ ਤੀਜੀ ਵਾਰ ਪੜ੍ਹੋਗੇ ਉਹਨੂੰ, ਫਿਰ ਤੁਸੀਂ ਦੇਖਣਾ ਹੈ ਤੀਜੇ ਪਾਠ ਦੇ ਦੌਰਾਨ, ਮਤਲਬ ਕਿ ਤੀਜੀ ਵਾਰ ਪੜ੍ਹਨ ਦੇ ਦੌਰਾਨ ਵਿਸ਼ੇ ਨਾਲ ਸੰਬੰਧਿਤ ਵਿਸ਼ੇਸ਼ ਨੁਕਤੇ ਅੱਡ ਕਾਗਜ਼ 'ਤੇ ਲਿਖ ਲੈਣੇ ਚਾਹੀਦੇ ਹਨ। ਫਿਰ ਜਿਹੜੀਆਂ ਮੇਨ ਗੱਲਾਂ ਨੇ ਨਾ, ਫਿਰ ਤੁਸੀਂ ਤੀਜੀ ਵਾਰੀ ਉਹਨਾਂ ਨੂੰ ਜੋ ਹੈ ਜਾਂ ਉਹਨਾਂ 'ਤੇ ਨਿਸ਼ਾਨੀ ਲਗਾ ਲਓਗੇ, ਜਾਂ ਉਹਨਾਂ ਨੂੰ ਰਫ ਪੇਜ 'ਤੇ ਇੱਕ ਵਾਰੀ ਲਿਖ ਲਓਗੇ, ਜਾਂ ਉਹਨਾਂ ਹੇਠ ਲਕੀਰਾਂ ਲਗਾ ਲਓਗੇ। ਫਿਰ ਜਦੋਂ ਤੁਸੀਂ ਉਹਨੂੰ ਚੌਥੀ ਵਾਰ ਪੜ੍ਹੋਗੇ ਨਾ, ਫਿਰ ਤੁਸੀਂ ਦੇਖਣਾ ਹੈ ਚੌਥੀ ਪਾਠ ਵਿੱਚ, ਫਿਰ ਇਹ ਵੇਖਣਾ ਹੈ ਕਿ ਕੋਈ ਜ਼ਰੂਰੀ ਗੱਲ, ਘਟਨਾ, ਵਾਕ ਜਾਂ ਸ਼ਬਦ ਲਕੀਰੋਂ ਰਹਿ ਤਾਂ ਨਹੀਂ ਗਿਆ, ਮਤਲਬ ਕਿ ਕੋਈ ਜ਼ਰੂਰੀ ਗੱਲ ਤੁਹਾਡੀ ਜੋ ਹੈ ਰਹਿ ਤਾਂ ਨਹੀਂ ਗਈ। ਚੌਥੀ ਵਾਰੀ ਤੁਸੀਂ ਇਹ ਦੇਖਣਾ, ਮਤਲਬ ਕਹਿਣ ਤੋਂ ਭਾਵ ਤੁਸੀਂ 4 ਵਾਰੀ ਪੜ੍ਹੋਗੇ ਨਾ, ਫਿਰ ਤੁਸੀਂ ਜੋ ਹੈ ਪ੍ਰੈਸੀ ਬਹੁਤ ਵਧੀਆ ਤਰੀਕੇ ਨਾਲ ਲਿਖ ਪਾਓਗੇ। ਹੁਣ ਦੇਖੋ ਬੇਟਾ ਪ੍ਰੈਸੀ ਬਾਰੇ ਹੋਰ ਜਿਹੜੇ ਰੂਲ ਨੇ ਹੋਰ ਕੀ ਨੇ, ਕਿ ਜਿਹੜੀ ਤੁਹਾਨੂੰ ਦਿੱਤਾ ਜਾਏਗਾ ਨਾ ਪੈਰਾਗ੍ਰਾਫ, ਉਸ ਪੈਰਾਗ੍ਰਾਫ ਨੂੰ ਉਸ ਸੰਖੇਪ ਰਚਨਾ ਦਾ ਸਿਰਲੇਖ ਜ਼ਰੂਰ ਦੇਣਾ, ਤੁਸੀਂ ਟਾਈਟਲ ਜ਼ਰੂਰ ਦੇਣਾ ਹੈਗਾ। ਭਾਵੇਂ ਜੋ ਹੈ ਐਗਜ਼ਾਮੀਨਰ ਨੇ ਤੁਹਾਨੂੰ ਟਾਈਟਲ ਪੁੱਛਿਆ ਚਾਹੇ ਨਹੀਂ ਪੁੱਛਿਆ, ਤੁਸੀਂ ਉਹਦਾ ਟਾਈਟਲ ਜੋ ਹੈ ਉਹ ਜ਼ਰੂਰ ਦੇਣਾ ਹੈਗਾ। ਉਹਦੇ ਤੋਂ ਬਾਅਦ ਜੋ ਹੈ ਸੰਖੇਪ ਰਚਨਾ ਦਾ ਆਕਾਰ ਮੂਲ ਰਚਨਾ ਨਾਲੋਂ ਲਗਭਗ ਤੀਜਾ ਹਿੱਸਾ ਹੋਣਾ ਚਾਹੀਦਾ। ਮਤਲਬ ਕਿ ਜੋ ਤੁਸੀਂ ਪ੍ਰੈਸੀ ਲਿਖ ਰਹੇ ਹੋ ਨਾ, ਜਿਸ ਪੈਰਾਗ੍ਰਾਫ ਦੀ ਤੁਸੀਂ ਪ੍ਰੈਸੀ ਲਿਖਣੀ ਹੈਗੀ ਹੈ ਨਾ, ਉਹਦਾ 1/3 ਪਾਰਟ ਹੋਏਗਾ। ਮਤਲਬ ਕਿ ਜਿਵੇਂ ਸਿਰਫ 100 ਵਿੱਚੋਂ 25% ਤੁਸੀਂ ਲਿਖਣੀ ਹੈਗੀ ਹੈ, ਬਸ ਇੰਨੀਆਂ ਕੁ ਲਾਈਨਾਂ ਹੋਣੀਆਂ ਚਾਹੀਦੀਆਂ ਨੇ ਤੁਹਾਡੀਆਂ, ਜ਼ਿਆਦਾ ਲਾਈਨਾਂ ਨਹੀਂ ਤੁਸੀਂ ਬਣਾਉਣੀਆਂ। ਫਿਰ ਨੰਬਰ 3 'ਤੇ ਦੇਖੋ ਸੰਖੇਪ ਰਚਨਾ ਇੱਕ ਪੈਰੇ ਵਿੱਚ ਹੋਣੀ ਚਾਹੀਦੀ ਹੈ। ਮੂਲ ਰਚਨਾ ਭਾਵੇਂ ਇੱਕ ਤੋਂ ਵੱਧ ਪੈਰਿਆਂ ਵਿੱਚ ਦਿੱਤੀ ਹੋਏ। ਹੁਣ ਜਦੋਂ ਤੁਸੀਂ ਪ੍ਰੈਸੀ ਲਿਖ ਰਹੇ ਹੋ ਨਾ, ਉਹਨੂੰ ਸਿਰਫ ਇੱਕ ਪੈਰੇ 'ਚ ਦੇਣਾ ਹੈਗਾ। ਇਹ ਨਹੀਂ ਹੈ ਕਿ ਤੁਸੀਂ 2-3 ਪੈਰੇ ਬਣਾ ਦੋਗੇ, ਸਿਰਫ ਇੱਕ ਪੈਰੇ 'ਚ ਲਿਖਣਾ। 2-3 ਪੈਰੇ 'ਚ ਬੇਸ਼ੱਕ ਤੁਹਾਡੇ ਕੋਲ ਜਿਹੜਾ ਪੈਰਾਗ੍ਰਾਫ ਆਇਆ ਨਾ ਜਿਹਦੀ ਤੁਸੀਂ ਪ੍ਰੈਸੀ ਲਿਖਣੀ ਹੈ, ਬੇਸ਼ੱਕ ਉਹ ਜਿੰਨੇ ਮਰਜ਼ੀ ਪੈਰਾਗ੍ਰਾਫ ਵਿੱਚ ਲਿਖਿਆ, ਪਰ ਤੁਸੀਂ ਇੱਕ ਪੈਰਾਗ੍ਰਾਫ ਵਿੱਚ ਪ੍ਰੈਸੀ ਲਿਖਣੀ ਹੈਗੀ ਹੈ। ਫਿਰ ਜੋ ਹੈ
ਸੰਖੇਪ ਰਚਨਾ ਜੋ ਹੈ ਅਨਿਆ ਪੁਰਖੀ 'ਚ ਹੋਣੀ ਚਾਹੀਦੀ ਹੈ ਕਿ ਤੁਸੀਂ ਦੂਜੇ ਬਾਰੇ ਗੱਲ ਕਰ ਰਹੇ ਹੋ, ਐਵੇਂ ਤੁਸੀਂ ਉਹਨੂੰ ਲਿਖਣਾ ਹੈ। ਫਿਰ ਹੈ ਸੰਖੇਪ ਰਚਨਾ ਨੂੰ ਕੇਵਲ ਮੂਲ ਰਚਨਾ ਦੇ ਵਿਚਾਰਾਂ ਨੂੰ ਹੀ ਸੰਖੇਪ ਕਰਨਾ ਚਾਹੀਦਾ ਹੈ। ਇਸ ਵਿੱਚ ਆਪਣੇ ਵੱਲੋਂ ਕੋਈ ਟੀਕਾ ਟਿੱਪਣੀ ਨਹੀਂ ਕਰਨੀ, ਮਤਲਬ ਕਿ ਇਹਦੇ 'ਚ ਜੋ ਹੈ ਤੁਸੀਂ ਆਪਣੇ ਵੱਲੋਂ ਕੋਈ ਗੱਲ ਨਹੀਂ ਵਾੜਨੀ ਕਿ ਤੁਸੀਂ ਆਪਣੇ ਆਪ ਕੋਈ ਗੱਲ ਉਹਦੇ 'ਚ ਵਾੜ ਰਹੇ ਹੈਗੇ ਹੋ ਕਿ ਐਵੇਂ ਨਹੀਂ, ਐਵੇਂ ਹੋਣਾ ਚਾਹੀਦਾ। ਸਿਰਫ ਉਸ ਪੈਰਾਗ੍ਰਾਫ ਵਿੱਚੋਂ ਹੀ ਗੱਲਾਂ ਲੈਣੀਆਂ ਨੇ ਜਿਹੜਾ ਤੁਹਾਡੇ ਅੱਗੇ ਆਇਆ ਹੈ। ਫਿਰ ਹੈ ਨੰਬਰ 6 'ਤੇ ਦੇਖੋ, ਮੂਲ ਰਚਨਾ ਵਿੱਚ ਕਿਸੇ ਵਿਚਾਰ ਨੂੰ ਸਪਸ਼ਟ ਕਰਨ ਲਈ ਦਿੱਤੀਆਂ ਗਈਆਂ ਉਦਾਹਰਨਾਂ ਨੂੰ ਸੰਖੇਪ ਕਰਨ ਲੱਗਿਆਂ ਛੱਡ ਦੇਣਾ ਚਾਹੀਦਾ ਹੈ। ਹੁਣ ਜੋ ਤੁਹਾਡੇ ਕੀ ਪੈਰਾਗ੍ਰਾਫ ਪ੍ਰੈਸੀ ਲਿਖਣ ਦੇ ਲਈ ਆਇਆ ਹੈ ਨਾ, ਜਿਸ ਦੀ ਤੁਸੀਂ ਪ੍ਰੈਸੀ ਲਿਖਣੀ ਹੈ, ਉਹਦੇ 'ਚ ਜੋ ਵੀ ਉਦਾਹਰਨ ਜਾਂ ਐਗਜ਼ਾਮਪਲ ਕੋਈ ਦਿੱਤੇ ਹੋਏ ਨੇ ਨਾ, ਫੋਰ ਐਗਜ਼ਾਮਪਲ ਦਿੱਤੇ ਹੋਏ ਨੇ, ਉਹ ਤੁਸੀਂ ਆਪਣੀ ਪ੍ਰੈਸੀ 'ਚ ਨਹੀਂ ਲਿਖਣੇ, ਐਗਜ਼ਾਮਪਲ ਕੋਈ ਵੀ ਨਹੀਂ ਲਿਖਣਾ, ਠੀਕ ਹੈ। ਸਿਰਫ ਅਨਿਆ ਪੁਰਖੀ 'ਚ ਤੁਸੀਂ ਗੱਲ ਕਰਨੀ ਹੈ, ਜਿਵੇਂ ਦੂਜੇ ਨੂੰ ਸੰਬੋਧਿਤ ਕਰਕੇ ਗੱਲ ਕਰਦੇ ਨੇ ਐਵੇਂ ਕਰਕੇ ਗੱਲ ਕਰਨੀ ਹੈ, ਅਤੇ ਉਦਾਹਰਣ ਕੋਈ ਵੀ ਨਹੀਂ ਲਿਖਣੀ ਉਹਦੇ 'ਚ। ਅੱਗੇ ਹੁਣ ਇੱਕ ਪੈਰਾਗ੍ਰਾਫ ਤੁਹਾਨੂੰ ਦਿਖਾ ਦਿਆਂ ਮੈਂ ਕਿ ਕਿਵੇਂ ਕਰਨੀ ਹੈ ਤੁਸੀਂ। ਹੁਣ ਦੇਖੋ ਬੇਟਾ, BA ਓਨਰਸ ਵਾਲੇ ਬੱਚੇ ਅਤੇ BA 6th ਸਮੈਸਟਰ ਪੰਜਾਬੀ ਕੰਪਲਸਰੀ ਵਾਲੇ ਬੱਚੇ, ਜਿਵੇਂ ਐਵੇਂ ਤੁਹਾਡੇ ਕੋਲ ਇੱਕ ਪੈਰਾਗ੍ਰਾਫ ਆਏਗਾ, ਇਹ ਦੇਖੋ ਜਿੱਥੇ 8 ਨੰਬਰ ਲਿਖਿਆ ਹੈ ਨਾ, ਇੱਥੋਂ ਦੀ ਲੈ ਕੇ ਇੱਥੇ ਤੱਕ ਇਹ ਪੈਰਾਗ੍ਰਾਫ ਹੈ। ਤੁਸੀਂ ਇਸ ਪੈਰਾਗ੍ਰਾਫ ਦੀ ਪ੍ਰੈਸੀ ਲਿਖਣੀ ਹੈਗੀ ਹੈ। ਮੰਨੇ ਤੁਹਾਡੇ ਕੋਲ ਇਹ ਪੈਰਾਗ੍ਰਾਫ ਆ ਜਾਂਦਾ, ਤੁਸੀਂ ਇਹਦੀ ਪ੍ਰੈਸੀ ਲਿਖਣੀ ਹੈ। ਤੁਹਾਨੂੰ ਉਹਨੇ ਕਿਹਾ ਨਾ ਕਿ 4 ਵਾਰੀ ਪੜ੍ਹਨਾ ਹੈ, ਤੁਸੀਂ ਇਹਨੂੰ ਪਹਿਲਾਂ ਧਿਆਨ ਨਾਲ, ਫਿਰ ਜੋ ਹੈ ਸਿਰਲੇਖ ਇਹਦਾ ਜ਼ਰੂਰ ਦੇਣਾ ਹੈਗਾ। ਇਹ ਦੇਖੋ ਇਹ ਸਿਰਲੇਖ ਦਿੱਤਾ, ਅਤੇ ਇਹ ਦੇਖੋ ਇਹਨੂੰ ਸ਼ੋਰਟ ਵਿੱਚ ਕਰਕੇ ਲਿਖਿਆ, ਅਤੇ ਫਿਰ ਥੱਲੇ ਇਹ ਦਿੱਤਾ ਗਿਆ ਕਿ ਇਹਦੇ ਆਪਣੇ ਸ਼ਬਦ ਨਾ, ਇਸ ਪੈਰਾਗ੍ਰਾਫ ਦੇ ਆਪਣੇ ਸ਼ਬਦ ਸੀਗੇ 151, ਅਤੇ ਸੰਖੇਪ ਰਚਨਾ ਜਿਹੜੀ ਤੁਸੀਂ ਪ੍ਰੈਸੀ ਲਿਖੀ ਹੈਗੀ ਹੈ ਨਾ, ਉਹਦੇ ਸਿਰਫ 51 ਸ਼ਬਦ ਨੇ। ਇੰਨਾ ਛੋਟਾ ਕਰਕੇ ਲਿਖਣਾ, ਉਹਦੇ 151 ਸ਼ਬਦ ਸੀਗੇ, ਤੁਸੀਂ ਸਿਰਫ 51 ਸ਼ਬਦਾਂ ਵਿੱਚ ਪ੍ਰੈਸੀ ਨੂੰ ਲਿਖਣਾ। ਜਿੰਨੀ ਛੋਟੀ ਹੋਏਗੀ ਉਨੀ ਹੀ ਅਤੇ ਛੋਟੀ ਅਤੇ ਵਿਚਾਰ ਨੂੰ ਗੁੰਦਵੇਂ ਭਾਵ ਨਾਲ ਤੁਸੀਂ ਪੇਸ਼ ਕਰਨਾ। ਦੇਖੋ, ਵਿਹਲੀਆਂ ਗੱਲਾਂ ਕਰਨ ਦਾ ਵੀ ਇੱਕ ਹੁਨਰ ਹੈ ਜੋ ਹਰ ਕਿਸੇ ਨੂੰ ਨਹੀਂ ਆਉਂਦਾ, ਇਸ ਨੂੰ ਕਾਮਯਾਬੀ ਨਾਲ ਨਿਭਾਉਣ ਲਈ ਕਈ ਗੁਣਾਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲੀ ਲੋੜ ਇਸ ਗੱਲ ਦੀ ਹੈ ਕਿ ਗੱਲ ਕਰਨ ਵਾਲਾ ਹਸਮੁਖ ਹੋਏ, ਉਸ ਦੇ ਦਿਲ ਵਿੱਚ ਲੰਮੇ ਵੈਰ ਨਾ ਹੋਣ, ਉਸ ਦੀ ਆਮ ਵਾਕਫੀ ਅਤੇ ਤਜਰਬਾ ਵੀ ਬਹੁਤ ਹੋਵੇ, ਜੋ ਬਹੁਤ ਕਰਕੇ ਸਫ਼ਰ ਕਰਨ ਅਤੇ ਦੇਸ਼ਾਂ ਵਿੱਚ ਭਉਣ ਚੌਣ ਤੋਂ ਮਿਲਦਾ ਹੈ। ਸ਼ਾਇਦ ਇਸ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ਬਹੁ ਤੀਰਥ ਭਵਿਆ ਤੇਤੇ ਲਵਿਆ। ਜੋ ਕੁਛ ਆਲੇ ਦੁਆਲੇ ਵਿੱਚ ਵਰਤ ਰਿਹਾ ਹੋਵੇ ਉਸ ਦੀ ਪਛਾਣ ਰੱਖਦਾ ਹੋਵੇ, ਨਹੀਂ ਤਾਂ ਉਸ ਦੀਆਂ ਗੱਲਾਂ, ਉਸ ਦੇ ਮਖੌਲ 1-2 ਵਾਰੀ ਦੁਹਰਾਏ ਜਾਣਗੇ ਅਤੇ ਬਾਸੀ ਜਿਹੇ ਲੱਗਣ ਲੱਗ ਪੈਣਗੇ। ਉਸ ਨੂੰ ਲੋਕਾਂ ਦੇ ਸੁਭਾਅ ਅਤੇ ਮੌਕਾ ਪਛਾਣਨ ਦੀ ਜਾਂਚ ਹੋਵੇ, ਲੋਕਾਂ ਦੀਆਂ ਆਮ ਰੁਚੀਆਂ ਨਾਲ ਉਹਨੂੰ ਹਮਦਰਦੀ ਹੋਵੇ, ਅਤੇ ਆਪਣੀ ਰਾਏ ਤੇ ਦਲੀਲ ਉੱਤੇ ਉਹ ਹੱਠ ਨਾ ਕਰੇ। ਖਾਸ ਕਰਕੇ ਆਪਣੀ ਬੋਲੀ ਉੱਤੇ ਉਹਦਾ ਜੋ ਹੈ ਚੰਗਾ ਕਾਬੂ ਹੋਵੇ। ਹੁਣ ਇਹ ਜੋ ਪੈਰਾਗ੍ਰਾਫ ਹੈ, ਇਹ ਤੁਹਾਨੂੰ ਇਹਨੂੰ ਪੜ੍ਹਨ ਤੋਂ ਸਮਝ ਆ ਗਿਆ ਹੋਵੇਗਾ ਕਿ ਇਹਦਾ ਜਿਹੜਾ ਸਿਰਲੇਖ ਹੈ ਉਹ ਵਿਹਲੀਆਂ ਗੱਲਾਂ ਕਰਨ ਵਾਲੇ ਬੰਦੇ ਨਾਲ ਸੰਬੰਧਿਤ ਹੈ। ਪਰ ਵਿਹਲੀਆਂ ਗੱਲਾਂ ਕਰਨ ਵਾਲੇ ਬੰਦੇ 'ਚ ਕੀ ਯੋਗਤਾਵਾਂ ਹੋਣੀਆਂ ਚਾਹੀਦੀਆਂ ਨੇ, ਕੀ ਉਹਦੇ 'ਚ ਗੁਣ ਹੋਣੇ ਚਾਹੀਦੇ ਨੇ, ਉਹਦੇ ਨਾਲ ਸੰਬੰਧਿਤ ਹੈ। ਦੇਖੋ, ਤੁਹਾਡਾ ਸਿਰਲੇਖ ਜਦੋਂ ਤੁਸੀਂ ਇਹਦਾ ਬਣਾਓਗੇ ਉਹ ਇਹੀ ਬਣੇਗਾ, ਵਿਹਲੀਆਂ ਗੱਲਾਂ ਕਰਨ ਲਈ ਲੋੜੀਂਦੀਆਂ ਯੋਗਤਾਵਾਂ। ਇਹਦੀ ਜਦੋਂ ਪ੍ਰੈਸੀ ਬਣਾਈ, ਦੇਖੋ ਇਹਦੀ ਪ੍ਰੈਸੀ ਕਿੰਨੀ ਕੁ ਬਣੇਗੀ। ਦੇਖੋ, ਵਿਹਲੀਆਂ ਗੱਲਾਂ ਕਰਨ ਦੇ ਹੁਨਰ ਨੂੰ ਸਫਲਤਾ ਸਹਿਤ ਨਿਭਾਉਣ ਲਈ ਖੁਸ਼ ਤੇ ਮਿਲਾਪੜੀ ਤਬੀਅਤ, ਦੇਸ਼ ਗਮਨ ਤੋਂ ਪ੍ਰਾਪਤ ਵਿਸ਼ਾਲ ਅਨੁਭਵ ਤੇ ਆਮ ਜਾਣਕਾਰੀ, ਆਲੇ ਦੁਆਲੇ ਹੋਏ ਬੀਤੇ ਦੀ ਸਮਝ, ਲੋਕ ਸੁਭਾਅ ਦੀ ਪਰਖ, ਮੌਕੇ ਦੀ ਪਛਾਣ, ਜਨਤਕ ਰੁਚੀਆਂ ਲਈ ਹਮਦਰਦੀ, ਹਾਲਾਤ ਅਨੁਸਾਰ ਢਲਣ ਲਈ ਯੋਗਤਾ ਅਤੇ ਵਿਸ਼ੇਸ਼ ਕਰਕੇ ਬੋਲੀ 'ਤੇ ਕੰਟਰੋਲ ਹੋਣਾ ਚਾਹੀਦਾ ਹੈ। ਹੁਣ ਤੁਸੀਂ ਇਹ ਵੇਖੋ ਕਿ ਬੰਦੇ ਨੇ, ਜਿਸ ਨੇ ਵੀ ਇਹਦੀ ਪ੍ਰੈਸੀ ਬਣਾਈ ਹੈ, ਏਡਾ ਵੱਡਾ ਇੱਕੋ ਹੀ ਵਾਕ ਬਣਾ ਦਿੱਤਾ ਅਤੇ ਸਾਰੀਆਂ ਗੱਲਾਂ ਜਿਹੜੀਆਂ ਨੇ ਇਹਦੇ 'ਚ ਪਾ ਦਿੱਤੀਆਂ ਉੱਪਰ ਵਾਲੀਆਂ। ਅਤੇ ਜਿਹੜੀ ਗੁਰੂ ਨਾਨਕ ਦੇਵ ਜੀ ਦਾ ਉੱਥੇ ਐਗਜ਼ਾਮਪਲ ਸੀਗਾ ਨਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਹੁ ਤੀਰਥ ਭਵਿਆ ਤੇਤੋਂ ਲਵਿਆ, ਉਹ ਨਹੀਂ ਲਿਖਿਆ। ਮਤਲਬ ਕਿ ਫੋਰ ਐਗਜ਼ਾਮਪਲ ਵਾਲੀ ਕੋਈ ਗੱਲ ਨਹੀਂ ਲਿਖਣੀ, ਬਾਕੀਆਂ ਗੱਲਾਂ ਨੂੰ ਜੋ ਹੈ ਸੰਖੇਪ ਕਰਕੇ ਸਾਰੀਆਂ ਨੂੰ ਪਾ ਦਿੱਤਾ ਇਹਦੇ 'ਚ। ਹੁਣ ਤੁਸੀਂ ਦੇਖ ਲਓ, ਮੂਲ ਰਚਨਾ ਦੇ ਕਿੰਨੇ ਵਾਕ ਸੀਗੇ ਨਾ, ਕਿੰਨੇ ਸ਼ਬਦ ਸੀਗੇ 151, ਅਤੇ ਤੁਹਾਡੇ ਜਦੋਂ ਹੁਣ ਸ਼ਬਦ ਬਣੇ ਉਹ ਬਣੇ 51। ਠੀਕ ਹੈ, ਉਮੀਦ ਹੈ ਬੇਟਾ ਤੁਹਾਨੂੰ ਸਮਝ ਆ ਗਈ ਹੋਏਗੀ। ਅਤੇ
ਬਾਕੀ ਜੇਕਰ ਤੁਸੀਂ ਪ੍ਰੈਕਟਿਸ ਕਰਨੀ ਹੋਏਗੀ ਫਿਰ ਮੈਂ ਤੁਹਾਡੇ ਕੋਲ PDF ਸੈਂਡ ਕਰ ਦੂੰਗੀ ਇਹਦੀ, ਜੇਕਰ ਤੁਹਾਨੂੰ ਲੱਗੇਗਾ ਕਿ ਤੁਹਾਨੂੰ ਥੋੜ੍ਹੀ ਪ੍ਰੈਕਟਿਸ ਦੀ ਲੋੜ ਹੈਗੀ, ਪਰ ਮੈਨੂੰ ਦੱਸ ਦੇਣਾ। ਜੇ ਤੁਸੀਂ ਨਹੀਂ ਕਹੋਗੇ ਫਿਰ ਕੋਈ ਨਹੀਂ ਭੇਜੂੰਗੀ ਮੈਂ PDF। ਓਕੇ, ਥੈਂਕ ਯੂ।